ਹੈਲੋ ਦੋਸਤੋ, ਤੁਹਾਡਾ ਸਵਾਗਤ ਹੈ ਸੁਕੀਜਾ ਟਿਊਸ਼ਨਸ ਐਂਡ ਮਾਈ ਨੇਮ ਇਜ਼ ਤਮੰਨਾ। ਅੱਜ ਆਪਣੀ ਪੋਲਿਟੀ ਦੀ ਕਲਾਸ ਹੈ ਜਿਹਦੇ 'ਚ ਆਪਣੇ ਪਾਰਟਸ ਆਫ ਇੰਡੀਅਨ ਕੌਂਸਟੀਟਿਊਸ਼ਨ ਚੱਲ ਰਹੇ ਨੇ ਔਰ ਲਾਸਟ ਆਪਾਂ ਖ਼ਤਮ ਕੀਤਾ ਸੀ ਲੋਕ ਸਭਾ ਰਾਜ ਸਭਾ 'ਤੇ। ਠੀਕ ਹੈ, ਅੱਜ ਦੀ ਆਪਣੀ ਕਲਾਸ 'ਚ ਆਪਾਂ ਜੁਆਇੰਟ ਸੈਸ਼ਨ ਤੋਂ ਸ਼ੁਰੂ ਕਰਾਂਗੇ। ਠੀਕ ਹੈ, ਬਿਨਾਂ ਕਿਸੇ ਦੇਰੀ ਤੋਂ ਆਪਾਂ ਕਲਾਸ ਸਟਾਰਟ ਕਰਦੇ ਹਾਂ। ਜੁਆਇੰਟ ਸੈਸ਼ਨ, ਹੁਣ ਜੁਆਇੰਟ ਸੈਸ਼ਨ ਬਾਰੇ ਜਾਣਦੇ ਹਾਂ ਕਿ ਜੁਆਇੰਟ ਸੈਸ਼ਨ ਕੀ ਹੁੰਦਾ ਹੈ। ਇੰਡੀਅਨ ਕੌਂਸਟੀਟਿਊਸ਼ਨ 'ਚ ਆਰਟੀਕਲ 108 ਦੇ ਅੰਡਰ ਆਉਂਦਾ ਹੈ ਜੁਆਇੰਟ ਸੈਸ਼ਨ। ਠੀਕ ਹੈ, ਜੁਆਇੰਟ ਸੈਸ਼ਨ ਟੇਕਸ ਪਲੇਸ ਔਨ ਦਾ ਆਰਡਰ ਆਫ ਪ੍ਰੈਜ਼ੀਡੈਂਟ। ਕੀ ਹੈ ਜਿਹੜਾ ਕੀ ਹੈ ਜੁਆਇੰਟ ਸੈਸ਼ਨ ਕਿਵੇਂ ਟੇਕ ਪਲੇਸ ਕਰਦਾ ਹੈ, ਕਿਹਦੇ ਆਰਡਰ 'ਤੇ? ਪ੍ਰੈਜ਼ੀਡੈਂਟ ਦੇ ਆਰਡਰ 'ਤੇ। ਠੀਕ ਹੈ, ਫਸਟ ਪੁਆਇੰਟ ਇਹ ਯਾਦ ਰੱਖਣਾ ਹੈ ਕਿ ਜਿਹੜਾ ਜੁਆਇੰਟ ਸੈਸ਼ਨ ਹੈ ਉਹ ਟੇਕ ਪਲੇਸ ਕਿਹਦੇ ਕਰਦਾ ਹੈ? ਆਰਡਰ ਆਫ ਪ੍ਰੈਜ਼ੀਡੈਂਟ ਦੇ। ਠੀਕ ਹੈ, ਫਸਟ ਪੁਆਇੰਟ ਕੀ ਹੈ? ਅ ਬਿੱਲ ਪਾਸਡ ਬਾਈ ਵਨ ਹਾਊਸ ਰਿਜੈਕਟਡ ਬਾਈ ਅਦਰ। ਜੁਆਇੰਟ ਸੈਸ਼ਨ ਕਦੋਂ ਬੈਠਦਾ ਹੈ? ਪ੍ਰੈਜ਼ੀਡੈਂਟ ਦੇ ਆਰਡਰ 'ਤੇ। ਫਸਟ ਪੁਆਇੰਟ ਕੀ ਹੈ? ਅ ਬਿੱਲ ਪਾਸਡ ਬਾਈ ਵਨ ਹਾਊਸ, ਅਗਰ ਇੱਕ ਹਾਊਸ 'ਚੋਂ ਬਿੱਲ ਪਾਸ ਹੋ ਗਿਆ ਐਂਡ ਰਿਜੈਕਟਡ ਬਾਈ ਅਦਰ, ਦੂਜੇ ਹਾਊਸ ਤੋਂ ਰਿਜੈਕਟ ਹੋ ਗਿਆ। ਠੀਕ ਹੈ, ਸੈਕਿੰਡ ਕੀ ਹੈ? ਦ ਅਮੈਂਡਮੈਂਟਸ ਮੇਡ ਬਾਈ ਅਦਰ ਹਾਊਸ ਆਰ ਨੋਟ ਐਕਸੈਪਟੇਬਲ ਟੂ ਦ ਹਾਊਸ ਵੇਅਰ ਦ ਬਿੱਲ ਓਰੀਜੀਨੇਟਿਡ। ਕਿ ਜਿਹੜੀਆਂ ਅਮੈਂਡਮੈਂਟਸ ਹੋਈਆਂ ਨੇ ਦੂਜੇ ਹਾਊਸ ਦੇ ਵਿੱਚ, ਉਹ ਅਗਰ ਨਾ ਮੰਨੀਆਂ ਜਾਣ ਉਸ ਹਾਊਸ 'ਚ ਜਿੱਥੇ ਬਿੱਲ ਓਰੀਜੀਨੇਟ ਹੋਇਆ ਹੈ। ਫਸਟ ਪੁਆਇੰਟ ਕੀ ਸੀ ਕਿ ਟੇਕ ਪਲੇਸ ਕਿਹਦੇ ਕਹਿਣ 'ਤੇ ਹੁੰਦਾ ਜੁਆਇੰਟ ਸੈਸ਼ਨ? ਪ੍ਰੈਜ਼ੀਡੈਂਟ ਦੇ ਕਹਿਣ 'ਤੇ। ਠੀਕ ਹੈ, ਅ ਬਿੱਲ ਪਾਸ ਬਾਈ ਵਨ ਹਾਊਸ ਰਿਜੈਕਟਡ ਬਾਈ ਅਦਰ, ਕਿ ਇੱਕ ਹਾਊਸ 'ਚੋਂ ਬਿੱਲ ਪਾਸ ਹੋਇਆ ਦੂਜੇ ਨੇ ਰਿਜੈਕਟ ਕਰਤਾ। ਠੀਕ ਹੈ, ਸੈਕਿੰਡ ਸੀ ਦ ਅਮੈਂਡਮੈਂਟਸ ਮੇਡ ਬਾਈ ਅਦਰ ਹਾਊਸ ਆਰ ਨੋਟ ਐਕਸੈਪਟੇਬਲ ਟੂ ਦ ਹਾਊਸ ਵੇਅਰ ਦ ਬਿੱਲ ਓਰੀਜੀਨੇਟ। ਕਿ ਜਿਹੜੀਆਂ ਅਮੈਂਡਮੈਂਟਸ ਹੋਈਆਂ ਨੇ ਦੂਜੇ ਹਾਊਸ 'ਚ ਉਹਨੂੰ ਨਹੀਂ ਮੰਨੀਆਂ ਜਾ ਰਹੀਆਂ ਕਿਹੜੇ ਹਾਊਸ ਦੇ ਵਿੱਚ? ਜਿੱਥੇ ਕੀ ਹੈ ਬਿੱਲ ਜਿਹੜਾ ਓਰੀਜੀਨੇਟ ਹੋਇਆ ਹੈ। ਠੀਕ ਹੈ, ਨੈਕਸਟ ਅੱਗੇ ਕੀ ਕਹਿੰਦੇ ਨੇ? ਪ੍ਰਿਜ਼ਾਈਡ ਓਵਰ ਬਾਈ ਦ ਸਪੀਕਰ ਆਫ ਲੋਕ ਸਭਾ। ਕਿਹਦੇ ਦੁਆਰਾ ਪ੍ਰਿਜ਼ਾਈਡ ਹੁੰਦਾ ਹੈ? ਸਪੀਕਰ ਆਫ ਲੋਕ ਸਭਾ ਦੇ। ਲਾਸਟ ਕੀ ਹੈ? ਦ ਡੈਡਲੋਕ ਓਵਰ ਦ ਬਿੱਲ ਇਜ਼ ਦੈਨ ਰਿਜ਼ੋਲਵਡ ਬਾਈ ਦ ਮੈਜੋਰਿਟੀ। ਕਿ ਜਿਹੜਾ ਡੈਡਲੋਕ ਇਸ ਬਿੱਲ 'ਚ ਉਹ ਰਿਜ਼ੋਲਵ ਕਿਹਦੇ ਤੋਂ ਹੁੰਦਾ? ਮੈਜੋਰਿਟੀ ਦੁਆਰਾ ਹੁੰਦਾ ਹੈ। ਠੀਕ ਹੈ, ਅੱਜ ਤੱਕ ਹੁਣ ਤੱਕ ਦੀਆਂ 3 ਜੁਆਇੰਟ ਸੀਟਿੰਗ ਹੋਈਆਂ ਨੇ। ਕਦੋਂ 1961, 1978, 2002 ਦੇ ਵਿੱਚ ਕੀ ਹੈ 3 ਜੁਆਇੰਟ ਸੀਟਿੰਗ ਜਿਹੜੀਆਂ ਹੋਈਆਂ ਨੇ। ਪੇਪਰ 'ਚ ਤੁਹਾਡੇ ਤੋਂ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ 3 ਜੁਆਇੰਟ ਸੀਟਿੰਗ ਕਦੋਂ ਹੋਈਆਂ ਨੇ? 1961, 1978 ਤੇ 2002 'ਚ। ਠੀਕ ਹੈ, ਨੈਕਸਟ ਪ੍ਰੋਵੀਜ਼ਨਸ ਐਪਲੀਕੇਬਲਸ ਕਿੱਥੇ ਹੁੰਦੇ ਨੇ ਜੁਆਇੰਟ ਸੈਸ਼ਨ ਦੇ? ਆਰਡੀਨਰੀ ਔਰ ਫਾਈਨੈਂਸ਼ੀਅਲ ਬਿੱਲ 'ਚ ਕੀ ਹੈ ਜਿਹੜੇ ਪ੍ਰੋਵੀਜ਼ਨ ਐਪਲੀਕੇਬਲ ਹੁੰਦੇ ਨੇ? ਮਨੀ ਔਰ ਕੌਂਸਟੀਟਿਊਸ਼ਨਲ ਅਮੈਂਡਮੈਂਟਸ ਬਿੱਲ 'ਚ ਜੁਆਇੰਟ ਸੀਟਿੰਗ ਜੁਆਇੰਟ ਸੈਸ਼ਨ ਨਹੀਂ ਹੁੰਦਾ। ਠੀਕ ਹੈ, ਕੀ ਕਹਿੰਦੇ ਨੇ? ਦੁਬਾਰਾ ਫਿਰ ਤੋਂ ਸੁਣ ਲਓ ਸਟਾਰਟਿੰਗ ਤੋਂ ਕਿ ਜਿਹੜਾ ਜੁਆਇੰਟ ਸੈਸ਼ਨ ਹੈ ਉਹ ਟੇਕ ਪਲੇਸ ਕਰਦਾ ਹੈ ਔਨ ਦਾ ਆਰਡਰ ਆਫ ਦ ਪ੍ਰੈਜ਼ੀਡੈਂਟ। ਅਗਰ ਇੱਕ ਹਾਊਸ 'ਚੋਂ ਬਿੱਲ ਪਾਸ ਹੋਇਆ ਦੂਜੇ ਦੁਆਰਾ ਰਿਜੈਕਟ ਹੋ ਗਿਆ ਫਿਰ ਜੁਆਇੰਟ ਸੈਸ਼ਨ ਬੁਲਾ ਸਕਦੇ ਹਾਂ। ਦ ਅਮੈਂਡਮੈਂਟਸ ਮੇਡ ਬਾਈ ਅਦਰ ਹਾਊਸ, ਦੂਜੇ ਹਾਊਸ ਦੁਆਰਾ ਅਮੈਂਡਮੈਂਟਸ ਹੋਈਆਂ ਅਤੇ ਉਸ ਅਮੈਂਡਮੈਂਟਸ ਨੂੰ ਐਕਸੈਪਟ ਨਹੀਂ ਕੀਤਾ ਦੂਜੇ ਹਾਊਸ 'ਚ ਜਿੱਥੋਂ ਬਿੱਲ ਓਰੀਜੀਨੇਟ ਹੋਇਆ। ਪ੍ਰਿਜ਼ਾਈਡ ਕੌਣ ਕਰਦਾ ਹੈ? ਓਵਰ ਦ ਸਪੀਕਰ ਆਫ ਲੋਕ ਸਭਾ। ਜਿਹੜੀ ਡੈਡਲੋਕ ਦਿੱਤਾ ਉਹਨਾਂ ਨੇ ਬਿੱਲ ਨੂੰ, ਔਰ ਰਿਜ਼ੋਲਵਡ ਕਿਹਦੇ ਦੁਆਰਾ ਹੁੰਦਾ? ਮੈਜੋਰਿਟੀ ਦੁਆਰਾ। 3 ਜੁਆਇੰਟ ਸੀਟਿੰਗ ਹੋਈਆਂ ਨੇ 1961, 1978, 2002 ਦੇ ਵਿੱਚ। ਔਰ ਇਹ ਪ੍ਰੋਵੀਜ਼ਨਸ ਕਿੱਥੇ ਐਪਲੀਕੇਬਲਸ ਹੁੰਦੇ ਨੇ? ਆਰਡੀਨਰੀ ਔਰ ਫਾਈਨੈਂਸ਼ੀਅਲ ਬਿੱਲ ਦੇ ਵਿੱਚ, ਨਾ ਕਿ ਮਨੀ ਔਰ ਕੌਂਸਟੀਟਿਊਸ਼ਨਲ ਅਮੈਂਡਮੈਂਟਸ ਬਿੱਲ ਦੇ ਵਿੱਚ। ਠੀਕ ਹੈ, ਸਮਝ ਆਈ? ਨੈਕਸਟ ਹੁਣ ਆਪਾਂ ਅੱਗੇ ਕੀ ਕਰਾਂਗੇ? ਬਜਟ ਇਨ ਪਾਰਲੀਮੈਂਟ। ਕਿ ਜਿਹੜਾ ਆਪਾਂ ਨਾ ਬਜਟ ਹੁੰਦਾ ਹੈ, ਬਜਟ ਉਹ ਕੀ ਹੁੰਦਾ ਹੈ? ਫਸਟ ਆਫ ਆਲ ਦੇਖ ਲੈਂਦੇ ਹਾਂ ਬਜਟ ਨੂੰ ਕੌਂਸਟੀਟਿਊਸ਼ਨ ਦੀ ਟਰਮ 'ਚ ਕੀ ਕਹਿੰਦੇ ਨੇ? ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਿ ਜਿਹੜਾ ਆਪਣੇ ਕੋਲ ਬਜਟ ਵਰਡ ਹੈ, ਬਜਟ ਟਰਮ ਹੈ, ਉਹ ਕੌਂਸਟੀਟਿਊਸ਼ਨ 'ਚ ਲਿਖੀ ਨਹੀਂ ਹੋਈ। ਇੰਡੀਅਨ ਕੌਂਸਟੀਟਿਊਸ਼ਨ 'ਚ ਬਜਟ ਨਾਮ ਦਾ ਵਰਡ ਹੀ ਨਹੀਂ ਹੈ। ਇਹ ਤਾਂ ਆਪਣੇ ਬਣਾਇਆ ਗਿਆ ਹੈ ਕਿ ਬਜਟ ਹੈ, ਬਜਟ ਆਇਆ ਹੈ। ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਬਜਟ ਨਾਮ ਦਾ ਵਰਡ ਹੀ ਨਹੀਂ ਹੈ। ਔਨ ਇੰਡੀਅਨ ਕੌਂਸਟੀਟਿਊਸ਼ਨ 'ਚ ਕੀ ਲਿਖਿਆ ਹੈ? ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਠੀਕ ਹੈ, ਕਿਹੜੇ ਅੰਡਰ ਆਰਟੀਕਲ ਦੇ ਆਉਂਦੀ ਹੈ? ਆਰਟੀਕਲ 112। ਠੀਕ ਹੈ, ਲਾਸਟ ਕੀ ਸੀ? ਜੁਆਇੰਟ ਸੈਸ਼ਨ ਕਦੋਂ? ਆਰਟੀਕਲ 108 'ਚ। ਹੁਣ ਬਜਟ ਕਦੋਂ? ਪਾਰਲੀਮੈਂਟ ਆਰਟੀਕਲ 112। ਕੌਂਸਟੀਟਿਊਸ਼ਨ ਦੇ ਆਰਟੀਕਲ 112 'ਚ ਕੀ ਆਉਂਦਾ ਹੈ? ਬਜਟ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਅਗਰ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਏ ਕਿ ਬਜਟ ਨੂੰ ਕੀ ਕਹਿੰਦੇ ਨੇ ਜਾਂ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹਨੂੰ ਕਹਿੰਦੇ ਨੇ, ਤਾਂ ਉਹਦਾ ਮਤਲਬ ਕੀ ਹੈ? ਬਜਟ। ਕਨਫਿਊਜ਼ ਨਹੀਂ ਹੋਣਾ। ਠੀਕ ਹੈ, ਨੈਕਸਟ ਕੀ ਹੈ?
a statement of estimated receipts and expenditure of the government of India। ਹੁਣ ਬਜਟ ਹੁੰਦਾ ਕੀ ਹੈ, ਜਿਵੇਂ ਹੁਣ ਫੋਰ ਐਗਜ਼ਾਮਪਲ ਆਪਾਂ ਆਪਦੇ ਘਰ ਦਾ ਖਰਚਾ ਚਲਾਉਣਾ ਹੈ ਨਾ, ਜਿਵੇਂ ਸਪੋਜ਼ ਕਰੋ ਕੋਈ ਵਰਕਿੰਗ ਨੇ, ਉਹਨਾਂ ਦੀ ਪੇ ਆਈ, ਆਪਾਂ ਪਹਿਲਾਂ ਇੱਕ ਹਿਸਾਬ ਲਾ ਕੇ ਚੱਲਦੇ ਹਾਂ ਨਾ ਕਿ ਇਸ ਆਪਾਂ ਇੰਨਾ ਘਰ ਦੇ ਰਾਸ਼ਨ 'ਤੇ ਖਰਚਾ ਕਰਨਾ, ਇੰਨਾ ਇਹਦੇ 'ਤੇ ਕਰਨਾ, ਕਿ ਆਪਾਂ ਪਹਿਲਾਂ ਇੱਕ ਐਸਟੀਮੇਟ ਰਿਸਿਪਟ ਬਣਾ ਕੇ ਚੱਲਦੇ ਹਾਂ, ਖਰਚਾ ਬਣਾ ਕੇ ਚੱਲਦੇ ਹਾਂ ਕਿ ਆਪਾਂ ਇੰਨੀ ਚੀਜ਼ 'ਤੇ ਖਰਚਾ ਕਰਨਾ ਹੈ। ਹੁਣ ਮੈਨੂੰ ਪਤਾ ਹੈ ਕਿ ਮੇਰਾ ਬਜਟ ਇੰਨਾ ਹੈ, ਜੇ ਬਾਈ ਚਾਂਸ ਮੇਰਾ ਮਹੀਨੇ ਦਾ ਮਤਲਬ ਹਿਸਾਬ ਲਾ ਲਓ ਸਾਰਾ ਘਰ ਦਾ ਰਾਸ਼ਨ ਕੱਢਣ ਦਾ ਖਰਚਾ ਮੇਰਾ 3000 'ਚ ਬਜਟ ਹੈ, 3-4000 'ਚ, ਠੀਕ ਹੈ, ਤਾਂ ਮੈਂ ਆਪਦਾ ਘਰ ਦਾ ਰਾਸ਼ਨ ਓਨੇ 'ਚ ਹੀ ਪੂਰਾ ਕਰਨਾ ਜਿੰਨਾ ਮੇਰਾ ਬਜਟ ਹੈ। ਇੱਕ ਮੈਂ ਐਸਟੀਮੇਟ ਲੈ ਕੇ ਚੱਲਾਂਗੀ ਕਿ ਇਹ ਚੀਜ਼ ਇੰਨੇ ਦੀ ਹੋ ਗਈ, ਇੰਨੇ ਦੀ ਹੋ ਗਈ, ਇੰਨੇ ਦੀ ਆਏਗੀ, ਹੈ ਨਾ, ਇੱਕ ਐਸਟੀਮੇਟ ਹੀ ਹੋਏਗਾ ਨਾ ਮੇਰਾ। ਕੀ ਕਹਿੰਦੇ ਨੇ, ਅ ਸਟੇਟਮੈਂਟ ਆਫ ਐਸਟੀਮੇਟਡ ਰਿਸਿਪਟ, ਇੱਕ ਸਟੇਟਮੈਂਟ ਐਸਟੀਮੇਟ ਰਿਸਿਪਟ ਦੀ, ਐਂਡ ਐਕਸਪੈਂਡੀਚਰ ਜਿਹੜਾ ਆਪਾਂ ਖਰਚਾ ਕਰਨਾ ਹੈ ਆਫ ਦ ਗਵਰਨਮੈਂਟ ਆਫ ਇੰਡੀਆ। ਗਵਰਨਮੈਂਟ ਆਫ ਇੰਡੀਆ ਦੁਆਰਾ ਕੀ ਹੈ, ਜਿਹੜਾ ਆਪਾਂ ਗਵਰਨਮੈਂਟ ਆਫ ਇੰਡੀਆ ਦਾ ਐਕਸਪੈਂਡੀਚਰ ਹੈ ਕਿ ਇੱਕ ਐਸਟੀਮੇਟ ਰਿਸਿਪਟ ਹੈ ਕਿ ਆਪਣਾ ਬਜਟ ਹੈ, ਕਿ ਆਪਾਂ ਇੱਕ ਹਿਸਾਬ ਲਗਾਉਣਾ ਹੈ, ਠੀਕ ਹੈ। ਔਰ ਬਜਟ ਕਦੋਂ ਹੈ, ਸਾਲ 'ਚ ਕਿਵੇਂ ਹੁੰਦਾ ਹੈ, 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ, ਠੀਕ ਹੈ। ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਚੱਲਦੀ ਹੈ ਕਦੋਂ, 1 ਅਪ੍ਰੈਲ ਤੋਂ 31 ਮਾਰਚ ਤੱਕ, ਠੀਕ ਹੈ। ਨੈਕਸਟ ਇਹ ਗਵਰਨਮੈਂਟ ਆਫ ਇੰਡੀਆ ਟਾਈਪਸ। ਦੋ ਤਰ੍ਹਾਂ ਦੇ ਬਜਟ ਸੀ ਪਹਿਲਾਂ, ਰੇਲਵੇ ਬਜਟ, ਦੋ ਤਰ੍ਹਾਂ ਦੇ ਬਜਟ ਹੁੰਦੇ ਨੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ, ਠੀਕ ਹੈ, ਰੇਲਵੇ ਬਜਟ, ਜਨਰਲ ਬਜਟ, ਦੋ ਟਾਈਪਸ ਹੋ ਗਈਆਂ। नेक्स्ट लाइन की लिखी है, फ्रॉम 2017 बोथ आर मर्ज्ड ऑन द रिकमेंडेशन ऑफ द विवेक डेब्रॉय कमेटी। 2017 पहला दोनों अलग सी, रेलवे बजट अलग सी, जनरल बजट अलग सी, कि रेलवेज का बजट अलग आंदा सी और जिहड़ा नॉर्मल खर्चा हुंदा सी, जनरल खर्चा हुंदा सी, उहदा बजट अड आंदा सी। पर फ्रॉम 2017 2017 तो बोथ आर मर्ज्ड, दोनों मर्ज कर दिते ऑन द रिकमेंडेशन, की दी रिकमेंडेशन ते ऑफ विवेक डेब्रॉय कमेटी। ਵਿਵੇਕ ਡੈਬਰੋਏ ਕਮੇਟੀ ਨੂੰ ਕੀ ਹੈ, ਉਹਦੇ ਨਾਲ ਕੀ ਉਹਦੀ ਰਿਕਮੈਂਡੇਸ਼ਨ 'ਤੇ ਦੋ ਬਜਟਸ ਨੂੰ ਮਰਜਡ ਕਰਤਾ, ਕਿਹੜੇ ਕਿਹੜੇ, ਰੇਲਵੇ ਬਜਟ ਨੂੰ ਅਤੇ ਜਨਰਲ ਬਜਟ ਨੂੰ, ਠੀਕ ਹੈ। ਨੈਕਸਟ ਅੱਗੇ ਕੀ ਹੈ, ਇੰਟਰੋਡਕਸ਼ਨ ਕੀ ਕਹਿੰਦੇ ਨੇ, ਡਿਮਾਂਡਸ ਫॉर ਗ੍ਰਾਂਟਸ ਆਫ ਵੇਰੀਅਸ ਮਿਨਿਸਟਰੀਜ਼। ਜਦੋਂ ਕੀ ਹੈ ਡਿਮਾਂਡਸ ਹੁੰਦੀ ਹੈ ਗ੍ਰਾਂਟਸ ਦੀ ਵੇਰੀਅਸ ਮਿਨਿਸਟਰੀਜ਼ ਦੀ, ਉਹਨੂੰ ਅਪਰੂਵਲ ਮਿਲਦੀ ਹੈ। ਅਪਰੂਵਲ ਕਿਵੇਂ ਮਿਲਦੀ ਹੈ, ਚਾਰਜ ਫਰੋਮ ਕੌਂਸੋਲਾਈਡੇਟਿਡ ਫੰਡ ਆਫ ਇੰਡੀਆ, ਕਿ ਜਿਹੜਾ ਕੌਂਸੋਲਾਈਡੇਟਿਡ ਫੰਡ ਹੁੰਦਾ ਹੈ ਉਹਦੇ ਥਰੂ ਕੀ ਅਪਰੂਵਲ ਮਿਲਦੀ ਹੈ। ਦੈਨ ਕੀ ਹੈ, ਪ੍ਰੈਜ਼ੈਂਟ 'ਚ ਕੀ ਹੁੰਦਾ, ਐਪਰੋਪ੍ਰੀਏਸ਼ਨ ਬਿੱਲ ਹੁੰਦਾ ਜਿਹਦੇ ਨਾਲ ਆਉਂਦੀਆਂ ਦੇ ਮਤਲਬ ਗ੍ਰਾਂਟਸ ਦੀਆਂ ਡਿਮਾਂਡਾਂ ਜਿਹੜੀਆਂ ਕੀ ਨੇ ਫੁੱਲਫਿਲ ਹੋ ਜਾਂਦੀਆਂ ਨੇ, ਠੀਕ ਹੈ, ਸਮਝ ਆਈ। ਹੁਣ ਆਪਾਂ ਲਾਸਟ ਕੀਤਾ ਸੀ, ਲਾਸਟ 'ਚ ਆਪਾਂ ਕੀਤਾ ਸੀ ਜੁਆਇੰਟ ਸੈਸ਼ਨ। ਹੁਣ ਇਹਦੇ 'ਚ ਪਾਰਲੀਮੈਂਟ ਕੀਤਾ, ਬਜਟ ਕੀਤਾ ਪਾਰਲੀਮੈਂਟ 'ਚ, ਬਜਟ ਇਨ ਪਾਰਲੀਮੈਂਟ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀ ਹੈ, ਇੱਕ ਐਸਟੀਮੇਟ ਰਿਸਿਪਟ ਹੁੰਦੀ ਹੈ, ਐਂਡ ਐਕਸਪੈਂਡੀਚਰ ਆਫ ਦ ਗਵਰਨਮੈਂਟ ਆਫ ਇੰਡੀਆ ਹੁੰਦਾ, 1 ਅਪ੍ਰੈਲ ਤੋਂ 31 ਮਾਰਚ ਤੱਕ ਆਉਂਦਾ, ਠੀਕ ਹੈ। ਦੋ ਟਾਈਪਸ, ਰੇਲਵੇ ਬਜਟ, ਜਨਰਲ ਬਜਟ। 2017 ਵਿੱਚ ਇਹਨੂੰ ਮਰਜ ਕਰਤਾ ਸੀ ਦੋਨਾਂ ਨੂੰ, ਕਿਹੜੀ ਕਮੇਟੀ ਦੁਆਰਾ, ਵਿਵੇਕ ਡੈਬਰੋਏ ਕਮੇਟੀ, ਇੰਪੋਰਟੈਂਟ ਹੈ, ਠੀਕ ਹੈ। ਇਹ ਸੀਗਾ ਆਪਣਾ ਬਜਟ ਇਨ ਪਾਰਲੀਮੈਂਟ। ਨੈਕਸਟ ਆਪਣਾ ਕੀ ਹੈ, ਕਮੇਟੀ ਸਿਸਟਮ। ਕਮੇਟੀ ਸਿਸਟਮ ਕੀ ਹੁੰਦਾ ਹੈ, create so that MPs can discuss and debate on working of a certain department। ਕਮੇਟੀ ਸਿਸਟਮ ਕਿਉਂ ਬਣਿਆ, ਕਿਉਂ ਕ੍ਰੀਏਟ ਕੀਤੀ, ਕਿਉਂਕਿ ਜਿਹੜੇ MPs ਨੇ ਉਹ ਡਿਸਕਸ ਕਰ ਸਕਣ, ਡਿਬੇਟ ਕਰ ਸਕਣ ਆਪਦੇ ਕੰਮ 'ਤੇ ਕੁਝ ਸਰਟਨ ਡਿਪਾਰਟਮੈਂਟਸ ਨੂੰ ਲੈ ਕੇ। ਮੈਕਸੀਮਮ ਕਮੇਟੀਜ਼ ਦਾ ਹੈਡ ਕੌਣ ਹੁੰਦਾ ਹੈ, ਸਪੀਕਰ ਹੁੰਦਾ ਹੈ। ਫਾਈਨੈਂਸ਼ੀਅਲ ਕਮੇਟੀਜ਼ 4 ਨੇ, ਕਿਹੜੀ ਕਿਹੜੀ, ਐਸਟੀਮੇਟ ਕਮੇਟੀ, ਕਮੇਟੀ ਔਨ ਪਬਲਿਕ ਅੰਡਰਟੇਕਿੰਗ, पब्लिक अकाउंट्स कमेटी, और फिर की है 24th डिपार्टमेंटल रिलेटेड कमेटी। एस्टीमेट कमेटी फस्ट 1950 ਦੇ ਵਿੱਚ ਇੰਟਰੋਡਿਊਸ ਹੋਈ ਸੀ, 30 ਮੈਂਬਰ ਸੀ। ਕੌਣ ਕਿਹੜੇ ਮੈਂਬਰ ਸੀ, ਓਨਲੀ ਲੋਕ ਸਭਾ ਮੈਂਬਰ। 4 ਕਮੇਟੀਜ਼ ਨੇ ਆਪਣੇ ਕੋਲ। ਕਮੇਟੀ ਕੀ ਹੁੰਦਾ, ਸੋ ਦੈਟ MPs ਕੈਨ ਡਿਸਕਸ ਐਂਡ ਡਿਬੇਟ ਔਨ ਵਰਕਿੰਗ ਆਫ ਅ ਸਰਟਨ ਡਿਪਾਰਟਮੈਂਟ। ਮੈਕਸੀਮਮ ਕਮੇਟੀਜ਼ ਦਾ ਹੈਡ ਸਪੀਕਰ ਹੁੰਦਾ। ਫਾਈਨੈਂਸ਼ੀਅਲ ਕਮੇਟੀਜ਼ 4 ਨੇ। ਫਸਟ ਐਸਟੀਮੇਟ ਕਮੇਟੀ ਹੁਣੇ ਹੀ ਦੱਸਿਆ ਕਿ 1950 ਦੇ ਵਿੱਚ ਸੀ, ਫਾਊਂਡ ਕੀਤੀ, ਠੀਕ ਹੈ, 1950 'ਚ ਬਣੀ, 30 ਮੈਂਬਰ ਸੀ। ਕਿਹੜੇ ਮੈਂਬਰ ਸੀ, ਓਨਲੀ ਲੋਕ ਸਭਾ ਮੈਂਬਰ ਸੀ, ਠੀਕ ਹੈ। ਸੈਕਿੰਡ 'ਚ ਕੀ ਹੈ, ਕਮੇਟੀ ਔਨ ਪਬਲਿਕ ਅੰਡਰਟੇਕਿੰਗਸ, 1964 'ਚ ਬਣੀ, ਔਨ ਦ ਰਿਕਮੈਂਡੇਸ਼ਨ ਆਫ ਕ੍ਰਿਸ਼ਨਾ ਮੈਨਨ ਕਮੇਟੀ। ਕਿਹਦੀ ਰਿਕਮੈਂਡੇਸ਼ਨ 'ਤੇ, ਕ੍ਰਿਸ਼ਨਾ ਮੈਨਨ ਕਮੇਟੀ ਦੀ ਰਿਕਮੈਂਡੇਸ਼ਨ 'ਤੇ। ਟੋਟਲ 22 ਮੈਂਬਰ ਸੀ।
15 ਲੋਕ ਸਭਾ ਦੇ, 17 ਰਾਜ ਸਭਾ ਦੇ। ਉੱਪਰ ਕੀ ਸੀ 30 ਮੈਂਬਰ ਸੀ ਜਿਹਦੇ 'ਚ ਸਾਰੇ ਲੋਕ ਸਭਾ ਦੇ ਮੈਂਬਰ ਸੀ। ਇਹਦੇ 'ਚ ਕੀ ਹੈ 22 ਮੈਂਬਰ ਸੀ, 15 ਲੋਕ ਸਭਾ ਦੇ, 7 ਕੀ ਹੈ ਰਾਜ ਸਭਾ ਦੇ। ਨੈਕਸਟ ਹੈ ਪਬਲਿਕ ਅਕਾਊਂਟਸ ਕਮੇਟੀ 1921 'ਚ ਇੰਟਰੋਡਿਊਸ ਹੋਈ ਅੰਡਰ ਦ ਪ੍ਰੋਵੀਜ਼ਨ ਆਫ ਗਵਰਨਮੈਂਟ ਆਫ ਇੰਡੀਆ ਐਕਟ 1919। याद रखना है 22 मैंबर्स, 15 लोक सभा, 7 की है राज्य सभा। मैंबर सेम ने किते जिन्ने ਜਿਹੜਾ ਆਪਾਂ ਕਮੇਟੀ ਔਨ ਪਬਲਿਕ ਅੰਡਰਟੇਕਿੰਗ ਕੀਤੀ ਹੈ। ਠੀਕ ਹੈ 1967 ਦੇ ਵਿੱਚ ਕੀ ਹੈ ਪ੍ਰੋਵੀਜ਼ਨਸ ਮਿਲਿਆ ਚੇਅਰਮੈਨ ਨੂੰ ਸਿਲੈਕਟਡ ਫਰੋਮ ਦਾ ਆਪੋਜੀਸ਼ਨ। ਠੀਕ ਹੈ ਉਸ ਤੋਂ ਬਾਅਦ ਲਾਸਟ ਕਮੇਟੀ ਕਿਹੜੀ ਹੈ 24th ਡਿਪਾਰਟਮੈਂਟਲ ਰਿਲੇਟਡ ਕਮੇਟੀ 1993 ਚ ਬਣੀ। ਉਸ ਉਦੋਂ 17 ਮੈਂਬਰ ਸੀ। ਠੀਕ ਹੈ ਫਿਰ 2004 ਦੇ ਵਿੱਚ ਫਿਰ ਇਹਦੇ 'ਚ 7 ਮੈਂਬਰ ਹੋਰ ਐਡ ਹੋਏ, ਟੋਟਲ ਕਿੰਨੇ ਹੋ ਗਏ 24। ਨੈਕਸਟ ਹੈ ਮੈਂਬਰਸ ਆਫ ਰਾਜ ਸਭਾ ਆਰ ਐਸੋਸੀਏਟਿਡ ਵਿਦ ਆਲ ਕਮੇਟੀਜ਼ ਐਕਸਪੈਕਟ ਦ ਐਸਟੀਮੇਟਸ ਕਮੇਟੀ। ਐਸਟੀਮੇਟ ਕਮੇਟੀ ਨੂੰ ਛੱਡ ਕੇ ਬਾਕੀ ਹਰ ਕਮੇਟੀ ਦੇ ਵਿੱਚ ਰਾਜ ਸਭਾ ਦੇ ਮੈਂਬਰ ਐਸੋਸੀਏਟ ਹੋ ਸਕਦੇ ਨੇ। ਠੀਕ ਹੈ ਕਿਹੜੀਆਂ ਕਿਹੜੀਆਂ 4 ਕਮੇਟੀ ਸੀ ਐਸਟੀਮੇਟ ਕਮੇਟੀ, ਕਮੇਟੀ ਔਨ ਪਬਲਿਕ ਅੰਡਰਟੇਕਿੰਗਸ, ਪਬਲਿਕ ਅਕਾਊਂਟਸ ਕਮੇਟੀ ਤੇ 24 ਡਿਪਾਰਟਮੈਂਟਲ ਰਿਲੇਟਡ ਕਮੇਟੀ। ਠੀਕ ਹੈ ਐਸਟੀਮੇਟ ਕਮੇਟੀ 1950 ਚ ਬਣੀ, 30 ਮੈਂਬਰ ਸੀ ਜਿਹਦੇ ਸਿਰਫ ਲੋਕ ਸਭਾ ਦੇ ਮੈਂਬਰ ਸੀ। ਕਮੇਟੀ ਔਨ ਪਬਲਿਕ ਅੰਡਰਟੇਕਿੰਗ 1964 ਚ ਬਣੀ, ਕਿਹਦੀ ਰਿਕਮੈਂਡੇਸ਼ਨ ਤੇ ਕ੍ਰਿਸ਼ਨਾ ਮੈਨਨ ਕਮੇਟੀ। 22 ਮੈਂਬਰ ਸੀ, 15 ਲੋਕ ਸਭਾ, 7 ਰਾਜ ਸਭਾ। ਪਬਲਿਕ ਅਕਾਊਂਟਸ ਕਮੇਟੀ ਫਸਟ ਇੰਟਰੋਡਿਊਸ ਹੋਈ 1921 ਦੇ ਵਿੱਚ ਅੰਡਰ ਦ ਪ੍ਰੋਵੀਜ਼ਨਸ ਆਫ ਗਵਰਨਮੈਂਟ ਆਫ ਇੰਡੀਆ ਐਕਟ 1919। 22 ਮੈਂਬਰਸ, 15 ਲੋਕ ਸਭਾ, 7 ਰਾਜ ਸਭਾ। ठीक है दैन किसी 24 डिपार्टमेंट रिलेटेड कमेटी जिदे पहला 17 मैंबर से 1993 2004 च 7 होर जोड़ते जिदे किन्ने हो गए 24। ठीक है नैक्सट हुण अपनी वारी आ गई फंड्स ऑफ इंडिया। फंड्स ऑफ इंडिया 2 तरह के फंड्स होंदे ने किहड़े किहड़े कंसोलीडेटेड फंड, कॉन्टीजेंसी फंड ऑफ इंडिया। 2 तरह के फंड्स होंदे ने अपने कोल। ठीक है जिहड़ा कंसोलीडेटेड फंड ऑफ इंडिया वो आर्टिकल 266 के अंडर आंदा है। कॉन्टीजेंसी फंड ऑफ इंडिया आर्टिकल 267 के अंडर आंदा है। कॉन्टीजेंसी फंड ऑफ इंडिया एक्ट 1950। ठीक है की कहते ने फंड इन विच ऑल द कंसोलीडेटेड फंड की आपां गल करने आ। फंड इन विच ऑल द रिसिप्ट्स आर क्रेडिटेड एंड ऑल द पेमेंट्स आर डेबिटेड। की कंसोलीडेटेड फंड का की हुंदा है कोई भी आपां नूं कितों भी पैसे आने या किते भी पेमेंट्स अपनियां डेबिटेड होनियां या क्रेडिट होनियां कोई भी काम वास्ते, किहड़े काम वास्ते लोन्स वधाउण वास्ते, लोन्स रेस्ड या रीपेमेंट ऑफ लोन्स, कितों आपां लोन लैने आ किते आपां लोन चुकाने आ, वो सब कुछ किहदे विच आएगा कंसोलीडेटेड फंड ऑफ इंडिया आर्टिकल 266। ठीक है नैक्सट की है कॉन्टीजेंसी फंड की हुंदा है आर्टिकल 267 के अंडर आंदा है। कॉन्टीजेंसी फंड ऑफ इंडिया एक्ट 1950 बिहाफ किहदे बिहाफ दे विच ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ ਕੰਟੀਜੈਂਸੀ ਫੰਡ ਦੀ। ਉਸ ਤੋਂ ਬਾਅਦ ਕੀ ਹੈ ਉਹਨੂੰ ਆਥੋਰਾਈਜ਼ ਕੌਣ ਕਰਦਾ ਪਾਰਲੀਮੈਂਟ, ਦੈਨ ਕੀ ਫਾਈਨੈਂਸ ਸੈਕਟਰੀ। ਠੀਕ ਹੈ ਸਮਝ ਲੱਗੀ। ਅੱਜ ਆਪਾਂ ਕੀ ਕੀਤਾ ਹੈ ਪਹਿਲਾਂ ਆਪਾਂ ਕੀਤਾ ਹੈ ਜੁਆਇੰਟ ਸੈਸ਼ਨ। ਠੀਕ ਹੈ ਦੈਨ ਬਜਟ ਇਨ ਪਾਰਲੀਮੈਂਟ, ਦੈਨ ਕਮੇਟੀ ਸਿਸਟਮ, ਦੈਨ ਕੀ ਹੈ ਫੰਡਸ ਆਫ ਇੰਡੀਆ। ठीक है एंड नैक्सट हुण आपां गल करांगे सुप्रीम कोर्ट दी। ठीक है सुप्रीम कोर्ट की हुंदा है ये देख लैंदे आ। स्टैंड्स एट द अपेक्स ऑफ जुडिशियल सिस्टम ऑफ इंडिया कि जिहदे अपेक्स ते अपना जुडिशियल सिस्टम ऑफ इंडिया स्टैंड है वो अपने कोल की है सुप्रीम कोर्ट। ठीक है हुण इहदे च डिफरेंट आर्टिकल्स ने किहड़े किहड़े। आर्टिकल 124 की कहंदा आपां नूं एस्टैबलिशमेंट एंड द कंडीशन एंड द कॉन्स्टिट्यूशन ऑफ सुप्रीम कोर्ट। इस्टैबलिशमेंट ते कॉन्स्टिट्यूशन ऑफ सुप्रीम कोर्ट की कदों बनी सी 28 जनवरी 1950 दे विच। चीफ जस्टिस ऑफ इंडिया कौन सी एन वेंकंता रमाना 48th जेड़ा अपने कोल चीफ जस्टिस ऑफ इंडिया से। ठीक है आर्टिकल 124(2) की कहंदा है सुप्रीम कोर्ट दे जजिस जिन्हां दी रेजिग्नेशन किहदे थ्रू हुंदी है प्रेजिडेंट दे थ्रू हुंदी है। ठीक है नैक्सट आर्टिकल 124(3) की कहंदा है क्वालिफिकेशनस दसदा है जजिस दी। 1 फर्स्ट की हुंदा है सिटीजन होना चाहिए इंडिया का। ठीक है ये तो कॉमन जी गल है कि जो भी मतलब जे प्रेजिडेंट है प्राइम मिनिस्टर है गवर्नर है जो भी है सिटीजन होना चाहिए इंडिया का। सैकेंड की है
ਜੱਜ ਹੋਣਾ ਚਾਹੀਦਾ ਹਾਈ ਕੋਰਟ ਦੇ ਵਿੱਚ 5 ਸਾਲ, ਜਾਂ ਐਡਵੋਕੇਟ ਹੋਣਾ ਚਾਹੀਦਾ ਹਾਈ ਕੋਰਟ ਦੇ ਵਿੱਚ 10 ਸਾਲ। ਠੀਕ ਹੈ। ਨੈਕਸਟ ਕੀ ਹੈ, ਡਿਸਟਿੰਗੁਇਸ਼ ਜੂਰਿਡ ਇਨ ਦ ਓਪੀਨੀਅਨ ਆਫ ਪ੍ਰੈਜ਼ੀਡੈਂਟ, ਕਿ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੈ, ਉਹ ਜੂਰਿਸਟ ਹੋਵੇ ਕਿਹਦੀ ਨਜ਼ਰ ਦੇ ਵਿੱਚ, ਕਿਹਦੀ ਓਪੀਨੀਅਨ ਦੇ ਵਿੱਚ, ਪ੍ਰੈਜ਼ੀਡੈਂਟ ਦੀ ਨਜ਼ਰ ਦੇ ਵਿੱਚ। ਠੀਕ ਹੈ। ਤਾਂ ਦੈਨ ਹੀ ਉਹ ਕੀ ਹੈ, ਸੁਪਰੀਮ ਕੋਰਟ ਦਾ ਜੱਜ ਜਿਹੜਾ ਕੀ ਹੈ ਬਣ ਸਕਦਾ ਹੈ। ਆਰਟੀਕਲ 124(4) ਕੀ ਕਹਿੰਦਾ ਹੈ, ਜੱਜ ਦੀ ਰਿਮੂਵਲ ਕਿਵੇਂ ਹੁੰਦੀ ਹੈ, ਓਨਲੀ ਔਨ ਦ ਗਰਾਊਂਡ ਆਫ ਪ੍ਰੂਵਡ ਮਿਸਬਿਹੇਵੀਅਰ ਔਰ ਇਨਕੈਪੈਸਿਟੀ, ਕਿ ਕਿਵੇਂ ਹੁੰਦੀ ਹੈ ਕਿ ਸਿਰਫ ਕਿਸ ਲੈਵਲ 'ਤੇ, ਕਿ ਜਦੋਂ ਉਹਦਾ ਮਿਸਬਿਹੇਵੀਅਰ ਪ੍ਰੂਵਡ ਹੋ ਜਾਏ ਜਾਂ ਇਨਕੈਪੇਬਲ ਪ੍ਰੂਵ ਹੋ ਜਾਏ ਕਿ ਉਹਦੇ ਕੋਲ ਉਹਦੀ ਆਫਿਸ ਨਹੀਂ ਸਹੀ ਸੰਭਾਲੀ ਜਾ ਰਹੀ, ਉਹਦੇ ਕੋਲ ਕੰਮ ਨਹੀਂ ਹੋ ਰਿਹਾ। ਠੀਕ ਹੈ। ਫਿਰ ਹੀ ਕਿ ਜਿਹੜਾ ਜੱਜ ਦੀ ਰਿਮੂਵਲ ਹੁੰਦੀ ਹੈ। ਆਰਡਰ ਕੀ ਹੈ, ਈਚ ਹਾਊਸ ਦੇ ਵਿੱਚ ਆਰਡਰ ਜਾਏਗਾ, ਦੈਨ ਕੀ ਹੈ ਸਪੈਸ਼ਲ ਮੈਜੋਰਿਟੀ ਨਾਲ ਕੀ ਜਿਹੜਾ ਕੀ ਹੈ ਆਰਡਰ ਪਾਸ ਹੋ ਜਾਏਗਾ। ਠੀਕ ਹੈ। ਨੈਕਸਟ ਆਰਟੀਕਲ 125 ਕੀ ਕਹਿੰਦਾ ਹੈ, ਸੈਲਰੀਜ਼, ਅਲੋਵੈਂਸਿਸ ਐਂਡ ਪ੍ਰਿਵਿਲੇजेस, ਲੀਵ ਐਂਡ ਪੈਨਸ਼ਨ ਆਫ ਦ ਜੱਜਿਸ ਆਫ ਦ ਸੁਪਰੀਮ ਕੋਰਟ। ਆਰਟੀਕਲ 125 ਦੇ ਵਿੱਚ ਉਹਦੀ ਸੈਲਰੀਜ਼ ਬਾਰੇ ਪਤਾ ਚੱਲਦਾ ਹੈ, ਅਲੋਵੈਂਸਿਸ ਬਾਰੇ, ਪ੍ਰਿਵਿਲੇजेस ਬਾਰੇ, ਲੀਵ ਬਾਰੇ, ਪੈਨਸ਼ਨਸ ਆਫ ਦ ਜੱਜਿਸ ਆਫ ਦ ਸੁਪਰੀਮ ਕੋਰਟ ਬਾਰੇ ਪਤਾ ਚੱਲਦਾ ਹੈ, ਕਿ ਟਾਈਮ ਟੂ ਟਾਈਮ ਬਾय ਦ ਪਾਰਲੀਮੈਂਟ ਡਿਟਰਮਾਈਨਡ, ਕਿ ਜਿਹਨੂੰ ਟਾਈਮ ਟੂ ਟਾਈਮ ਜਿਹੜਾ ਪਾਰਲੀਮੈਂਟ ਕੀ ਹੈ ਡਿਟਰਮਾਈਨ ਕਰਦਾ ਰਹਿੰਦਾ ਹੈ, ਹੁੰਦੀ ਰਹਿੰਦੀ ਹੈ। ਠੀਕ ਹੈ। ਆਰਟੀਕਲ 126 'ਚ ਕੀ ਹੁੰਦਾ ਹੈ, ਐਕਟਿੰਗ ਚੀਫ ਜਸਟਿਸ ਅਪੋਇੰਟਡ ਬਾਈ ਪ੍ਰੈਜ਼ੀਡੈਂਟ, ਕਿ ਜਿਹੜਾ ਚੀਫ ਜਸਟਿਸ ਹੈ ਉਹ ਅਪੋਇੰਟ ਕਿਹਦੇ ਦੁਆਰਾ ਹੁੰਦਾ, ਪ੍ਰੈਜ਼ੀਡੈਂਟ ਦੁਆਰਾ। ਸੀਟ ਵੇਕੈਂਟ ਹੁੰਦੀ ਹੈ, ਟੈਂਪਰੇਰੀਲੀ ਐਬਸੈਂਟ ਔਰ ਅਨੇਬਲ ਟੂ ਪਰਫਾਰਮ ਹਿਜ਼ ਡਿਊਟੀਜ਼, ਕਿ ਜਦੋਂ ਕੀ ਹੁੰਦਾ ਹੈ, ਅਗਰ ਇਨ ਕੇਸ ਇੱਕ ਚੀਫ ਜਸਟਿਸ ਅਪੋਇੰਟ ਕਰਨਾ ਹੋਵੇ, ਐਕਟ ਕਰਨਾ ਹੋਵੇ ਟੈਂਪਰੇਰੀ ਵਾਸਤੇ, ਉਹਨੂੰ ਅਪੋਇੰਟ ਕੌਣ ਕਰਦਾ, ਪ੍ਰੈਜ਼ੀਡੈਂਟ ਕਰਦਾ। ਠੀਕ ਹੈ। ਆਰਟੀਕਲ 127 'ਚ ਕੀ ਹੈ, ਐਡਹੋਕ ਜੱਜਿਸ ਹੁੰਦੇ ਨੇ, ਸੈਸ਼ਨ ਹੁੰਦਾ ਕਿਊਰਮ ਆਫ ਜੱਜਿਸ ਦਾ। ਚੀਫ ਜਸਟਿਸ ਆਫ ਇੰਡੀਆ ਕੀ ਹੈ ਅਪੋਇੰਟ ਕਰਦਾ ਐਨੀ ਜੱਜ ਐਜ਼ ਅ ਹੈਡ ਆਫ ਐਡਹੋਕ ਜੱਜਿਸ, ਕਿ ਇਨ ਕੇਸ ਮੰਨ ਲਓ ਕਿ ਕੋਈ ਜੱਜ ਰਿਟਾਇਰ ਹੋ ਗਿਆ, ਅਗਰ ਉਸ ਤੋਂ ਬਾਅਦ ਫਿਰ ਉਹਨੂੰ ਸੈਸ਼ਨ ਦੇ ਵਿੱਚ ਕਿਊਰਮ ਆਫ ਜੱਜਿਸ ਦੇ ਵਿੱਚ ਕੀ ਹੈ ਚੀਫ ਜਸਟਿਸ ਆਫ ਇੰਡੀਆ ਅਪੋਇੰਟ ਕਰਦਾ ਕੋਈ ਵੀ ਹਾਈ ਕੋਰਟ ਦਾ ਜੱਜ ਕੀ ਹੈ ਐਜ਼ ਐਡਹੋਕ ਜੱਜ। ਠੀਕ ਹੈ। ਆਰਟੀਕਲ 128 'ਚ ਕੀ ਹੁੰਦਾ, ਰਿਟਾਇਰਡ ਜੱਜ, ਜਿਹਨੂੰ ਕੀ ਹੈ ਚੀਫ ਜਸਟਿਸ ਆਫ ਇੰਡੀਆ ਦੀ ਰਿਕੁਐਸਟ 'ਤੇ ਉਹਨੂੰ ਕੀ ਹੈ ਟੈਂਪਰੇਰੀ ਪੀਰੀਅਡ ਵਾਸਤੇ ਦੁਬਾਰਾ ਕੀ ਹੈ ਆਪਾਂ ਜੱਜ ਬਣਾ ਸਕਦੇ ਹਾਂ। ਠੀਕ ਹੈ। ਜਿਵੇਂ ਫੋਰ ਐਗਜ਼ਾਮਪਲ ਜਿਵੇਂ ਕੋਈ ਜੱਜ ਰਿਟਾਇਰ ਹੋ ਗਿਆ, ਬਟ ਉਸ ਤੋਂ ਬਾਅਦ ਉਹਨੂੰ ਫਿਰ ਕੁਝ ਟੈਂਪਰੇਰੀ ਪੀਰੀਅਡ ਵਾਸਤੇ ਉਹਨੂੰ ਬੁਲਾਇਆ ਜਾਂਦਾ ਹੈ। ਠੀਕ ਹੈ। ਐਕਟ ਕਰਨ ਵਾਸਤੇ ਐਜ਼ ਅ ਜੱਜ ਆਫ ਸੁਪਰੀਮ ਕੋਰਟ ਫॉर ਟੈਂਪਰੇਰੀ ਪੀਰੀਅਡ, ਉਹ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ ਹੈ, 128। ਆਰਟੀਕਲ 129 'ਚ ਕੀ ਆਉਂਦਾ, ਕੋਰਟ ਆਫ ਰਿਕਾਰਡ, ਕਿ ਜਿੰਨੇ ਵੀ ਕੇਸ ਹੁੰਦੇ ਨੇ ਉਹ ਸਭ ਰਿਕਾਰਡ ਕਰਕੇ ਰੱਖੇ ਜਾਂਦੇ ਨੇ। 2 ਪਾਵਰਸ ਹੁੰਦੀਆਂ ਨੇ, all the judgments are acts of supreme court are recorded for perpetual memory and testimony, ਕਿ ਮਤਲਬ ਅਗਰ ਸਪੋਜ਼ ਕਰੋ ਕਿ ਜਿਹੜਾ ਕੇਸ 1990 'ਚ ਹੋਇਆ, ਠੀਕ ਹੈ, ਉਹਦਾ ਉਹਨਾਂ ਨੇ ਡਿਸੀਜ਼ਨ ਸੁਣਾਤਾ, ਔਰ ਉਹੀ ਕੇਸ ਦੁਬਾਰਾ ਉਹਦੇ ਵਰਗਾ ਉਹਦੇ ਰਿਲੇਟਿਡ ਕੇਸ ਆ ਗਿਆ, ਸਪੋਜ਼ ਕਰੋ 2021 ਜਾਂ 2022 'ਚ ਐਗਜ਼ਾਮਪਲ ਲੈ ਰਹੇ ਹਾਂ ਆਪਾਂ, ਤਾਂ ਜਿਹੜਾ ਵੀ ਮਤਲਬ 1990 'ਚ ਉਹਦਾ ਡਿਸੀਜ਼ਨ ਦਿੱਤਾ ਜਾਏਗਾ, ਉਹਨੂੰ ਮੱਦੇਨਜ਼ਰ ਰੱਖ ਕੇ ਉਸ ਕੇਸ ਦੀ ਸੁਣਵਾਈ ਕੀਤੀ ਜਾਏਗੀ। ਸਿਰਫ ਮੱਦੇਨਜ਼ਰ ਰੱਖਣਾ ਹੈ, ਇਹ ਨਹੀਂ ਕਿ ਆਪਾਂ ਉਹੀ ਡਿਸੀਜ਼ਨ ਦੇਣਾ ਹੈ ਜੋ 1990 'ਚ ਦਿੱਤਾ ਹੈ, ਨਹੀਂ, ਜੋ 1990 'ਚ ਡਿਸੀਜ਼ਨ ਦਿੱਤਾ ਹੈ, ਕੇਸ ਫਾਈਲ ਹੋਇਆ ਹੈ, ਉਹਨੂੰ ਸੁਣ ਕੇ ਉਹਨੂੰ ਮੱਦੇਨਜ਼ਰ ਰੱਖ ਕੇ ਕੇਸ ਦੀ ਸੁਣਵਾਈ ਹੋਏਗੀ। ਠੀਕ ਹੈ। ਕੇਸ ਦੀ ਸੁਣਵਾਈ ਹੋ ਕੇ ਦੈਨ ਉਸ ਤੋਂ ਬਾਅਦ ਕਿ ਅਗਰ ਲਾਸਟ 1990 ਕੇਸ ਵਾਲੇ 'ਚ ਵੀ ਅਗਰ ਕੋਈ ਵੀ ਡਿਸੀਜ਼ਨ 'ਚ ਗਲਤੀ ਕੀਤੀ ਹੈ, ਉਹਨੂੰ ਵੀ ਕਰੈਕਟ ਕੀਤਾ ਜਾਵੇਗਾ ਨਾਲ ਦੀ ਨਾਲ ਜਿਹੜਾ ਹੁਣ ਕੇਸ ਚੱਲ ਰਿਹਾ। ਠੀਕ ਹੈ। ਤਾਂ ਕਰਕੇ ਕੀ ਹੈ, ਕੋਰਟ ਕੋਲ ਸਾਰੇ ਰਿਕਾਰਡ ਹੁੰਦੇ ਨੇ। ਐਂਡ ਨੈਕਸਟ ਕੀ ਹੈ, ਸੈਕਿੰਡ, ਕੈਨ ਪਨਿਸ਼ ਫॉर ਦ ਕੰਟੈਂਪਟ ਆਫ ਕੋਰਟ, ਤੇ ਉਸ ਚੀਜ਼ ਦੀ ਉਹਨੂੰ ਪਨਿਸ਼ਮੈਂਟ ਵੀ ਮਿਲ ਸਕਦੀ ਹੈ, ਕੋਰਟ ਕੋਲ ਪਾਵਰ ਹੈ। ਠੀਕ ਹੈ। ਆਰਟੀਕਲ 130 'ਚ ਕੀ ਆਉਂਦਾ ਹੈ, ਸੀਟ ਆਫ ਸੁਪਰੀਮ ਕੋਰਟ, ਦ ਕੌਨਸਟੀਟਿਊਸ਼ਨ ਡਿਕਲੇਅਰਡ ਦਿੱਲੀ ਐਜ਼ ਅ ਸੀਟ ਆਫ ਸੁਪਰੀਮ ਕੋਰਟ। ਹੁਣ ਇੰਡੀਆ 'ਚ ਸੁਪਰੀਮ ਕੋਰਟ ਹੈ, ਠੀਕ ਹੈ, ਆਪਾਂ ਕਿਤੇ ਵੀ ਤਾਂ ਸੁਪਰੀਮ ਕੋਰਟ ਨਹੀਂ ਬਿਠਾ ਸਕਦੇ ਨਾ। ਅਗਰ ਸੁਪਰੀਮ ਕੋਰਟ ਨੂੰ ਸਟੈਂਡ ਐਟ ਦ ਪੈਕਸ ਆਫ ਦ ਜੁਡੀਸ਼ੀਅਲ ਸਿਸਟਮ ਆਫ ਇੰਡੀਆ ਮੰਨਿਆ ਕਿ
इंडिया दा जेडे भी मतलब कानून चल रहे ने वो सुप्रीम कोर्ट के अंडर चल रहे हैं, ठीक है। सुप्रीम कोर्ट नूं प्रायोरिटी दित्ती है उस चीज़ की, तो दैट मीनस ये नहीं ना भी आप सुप्रीम कोर्ट किते भी बिठा सकते हो, कोलकाता च, चंडीगढ़ च, किते भी ला लो। एक सीट मैंशन की है कॉन्स्टिट्यूशन दे विच, इंडियन कॉन्स्टिट्यूशन दे विच, द कॉन्स्टिट्यूशन डिक्लेयर दिल्ली एज अ सीट ऑफ सुप्रीम कोर्ट, ठीक है। चीफ जस्टिस ऑफ इंडिया को पावर है कि वो किसी भी अदर प्लेस दे विच कि ओनली विद द प्रायर अप्रूवल ऑफ प्रेजिडेंट की मर्जी नाल किसी भी होर जगह ते की है वो चीफ जस्टिस ऑफ इंडिया जिहड़ा है वो सीट चेंज कर सकता है सुप्रीम कोर्ट दी, ठीक है। जिहड़ी इहदी ओथ टेन्योर ने वो किसी भी आर्टिकल च मैंशन नहीं कीतियां होईयां, ठीक है। वैसे तुहाडी नॉलेज बारे दस रही हाँ, ओथ कौन प्रेजिडेंट चकवांदा है, ठीक है। टेन्योर कोई फिक्स नहीं हुंदा अंटिल ही अटेन्स द एज ऑफ 65 ईयर्स। 65 ईयर्स की एज तक कोई भी जिहड़ा है टेन्योर वो की है फिक्स नहीं हुंदा, ठीक है। 65 की एज तक वो की है रह सकता है, ठीक है। नैक्सट है आर्टिकल 131 की हुंदा है की कहंदे ने ओरिजिनल ज्यूरिडिक्शंस, मतलब कोई भी डिस्प्यूट हो गया सेंटर स्टेट दे विच या दो स्टेटां दे विच, सुप्रीम कोर्ट कोल एक्सक्लूसिव पावर हुंदी है, मतलब ओरिजिनल ज्यूरिडिक्शंस हुंदे ने कि वो जिहड़ा इन्हां दा हल कढ सकदी है, ठीक है। आर्टिकल 137 इंपॉर्टेंट है जिहदे च की है पावर ऑफ जुडिशियल रिव्यू दी पावर है। की कहंदे ने जुडिशियल रिव्यू इज़ द पावर ऑफ द सुप्रीम कोर्ट टू एग्जामिन द कॉन्स्टिट्यूशनली ऑफ द लैजिस्लेटिव इनैक्टमेंट्स, कि जिहड़ियां लैजिस्लेटिव इनैक्टमेंट्स हुंदियां ने ਉਹਦੇ 'ਚ ਕੀ है जुडिशियल रिव्यू कोल पावर है सुप्रीम कोर्ट की। सुप्रीम कोर्ट कोल की है जुडिशियल रिव्यू की पावर है कि वो इस चीज़ ਨੂੰ एग्जामिन कर ले, ठीक है। कि ਜਿਹੜਾ भी डिसीजन देता सुप्रीम कोर्ट ने वो मनना ही पैना है। सुप्रीम कोर्ट ਨੂੰ सब तो उपर ਮੰਨਿਆ ਤਾਂ ਜਿਹੜਾ भी ਉਹਨੇ ਉਹਦੇ ਕੋਲ पावर है कि ਜਿਹੜਾ भी वो डिसीजन ਦਿੰਦੀ है वो मनना ही पैना है, ठीक है। नैक्सट आर्टिकल 141 की कहते हैं हाउ डिक्लेयर्ड बाय सुप्रीम कोर्ट टू बी बाइंडिंग ऑन ऑल कोर्ट्स विद इन द टेरिटरी ऑफ इंडिया, कि सुप्रीम कोर्ट को पावर है कि वो बाइंड कर सकती है सारे कोर्ट्स नूं नाल जिन्ने भी टेरिटरी ऑफ इंडिया के कोर्ट्स ने उन्होंने की बाइंड कर सकती है। 143 दे विच की है एडवाइजरी जुरिडिक्शंस कि प्रेजिडेंट कैन सीक द ओपीनियन ऑफ कोर्ट एनी टाइम, कि जिहड़ा प्रेजिडेंट है वो सुप्रीम कोर्ट दा की ओपीनियन लै सकता है किसी भी समय, ठीक है। नैक्सट क्लास ते की है पिल है, वैसे ही याद रखने वास्ते पिल की हुंदा है पब्लिक इंटरस्ट लिटिगेशन, ठीक है। अज दी वीडियो अपनी इत्थे ही खत्म हुंदी है। अज दी वीडियो दे विच आपां जॉइंट सीटिंग कीती है, बजट कीता है, फंड्स ऑफ इंडिया कीता है, ठीक है। और आपां आपदियां कमेटीज़ कीतियां ने और आपां सुप्रीम कोर्ट कीता है, ठीक है। अज दी क्लास अपनी इत्थे खत्म हुंदी है। हाई कोर्ट आपां नैक्सट क्लास तो आपां शुरू करांगे। हाई कोर्ट बारे पार्ट्स ऑफ इंडियन कॉन्स्टिट्यूशन आपां पूरे कर रहे हैं और पॉलिटी तो बाद हिस्टरी की क्लास है जिहदे च आपां मिसला कर रहे हैं। मिसला नूं एक्सप्लेन करांगी हिस्टरी की क्लास दे विच। अगर किसी नूं भी इस वीडियो च किते भी डाउट होवे या कमेंट्स च दस दिओ या व्हाट्सएप ग्रुप च मैसेज कर दिओ। और तुहाडी क्लासेस दा टाइम थोड़ा अगे पीछे चलदा है बट थोड़ा खुद जाके देख लिया करो, ठीक है। अगर जिस दिन लिंक नहीं आंदा ग्रुप दे विच तो थोड़ा टाइम दा देख लिया करो और जाके मतलब ग्रुप यूट्यूब ते जाके देख लिया करो, ठीक है। अज दी वीडियो अपनी इत्थे खत्म हुंदी है। तुहाडा थैंक यू वेरी मच।